ਡੀਅਰ ਸਟੂਡੈਂਟਸ, ਮੇਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ 10 ਨਵੰਬਰ ਹੈ ਤੇ ਅੱਜ ਸਾਡਾ ਫੁੱਲ ਰਿਵੀਜ਼ਨ ਟੈਸਟ ਹੋਇਆ ਹੈ ਜੋ ਡਿਪਾਰਟਮੈਂਟ ਨੇ ਸਾਨੂੰ ਭੇਜਿਆ ਸੀ। ਤਾਂ ਇਸ ਲੈਕਚਰ ਦੇ ਵਿੱਚ ਅਸੀਂ ਉਸ ਟੈਸਟ ਦੇ ਸੋਲੂਸ਼ਨ ਡਿਸਕਸ ਕਰਾਂਗੇ ਥਾਰੋਲੀ। ਚਲੋ ਸ਼ੁਰੂ ਕਰਦੇ ਹਾਂ। ਸੋ ਸਾਡਾ ਜਿਹੜਾ ਬਿਲਕੁਲ ਸਭ ਤੋਂ ਪਹਿਲਾ ਕੁਐਸਚਨ ਹੈ ਉਹ ਰਿਲੇਸ਼ਨ ਦੇ ਵਿੱਚੋਂ ਹੈ। ਦੱਸਿਆ ਸੀ ਰਿਲੇਸ਼ਨ ਦੇ ਫੰਕਸ਼ਨ ਦੇ ਵਿੱਚੋਂ ਸਾਨੂੰ ਦੋ ਕੁਐਸਚਨ ਆਉਣੇ ਆ। ਸੋ ਜਿਹੜਾ ਸਾਨੂੰ ਇੱਥੇ ਸੈੱਟ ਦਿੱਤਾ ਗਿਆ ਜਿਹੜਾ ਸਾਡਾ ਮੇਜਰ ਸੈੱਟ ਹੈ ਉਹ 1 2 3 ਹੈ। ਜਿਹੜਾ ਸਾਡਾ ਰਿਲੇਸ਼ਨ ਸਾਨੂੰ ਉਹਦੇ 'ਤੇ ਡਿਫਾਈਨ ਕਰਕੇ ਦਿੱਤਾ ਗਿਆ 1 1 2 2 ਐਂਡ 3 3 ਹੈ। ਇੱਥੇ ਸਾਈਡ 'ਤੇ ਅਸੀਂ ਪ੍ਰੋਪਰਟੀਜ਼ ਲਿਖ ਲੈਂਦੇ ਹਾਂ, ਰਿਫਲੈਕਸਿਵ, ਸਿਮੈਟ੍ਰਿਕ ਅਤੇ ਟ੍ਰਾਂਜ਼ਿਟਿਵ, ਜਿਹੜੀਆਂ ਹੁਣ ਸਾਨੂੰ ਪੁੱਛੀਆਂ ਐਜ਼ ਪਰ ਦਾ ਆਪਸ਼ਨਸ। ਅਤੇ ਇੱਕ ਹੋਰ ਉਹਦੇ ਵਿੱਚ ਹੈਗਾ ਐਲੀਮੈਂਟ 1 ਅਤੇ 2। ਰਿਫਲੈਕਸਿਵ ਲਈ ਤੁਹਾਨੂੰ ਦੱਸਿਆ ਸੀ ਅਗਰ ਕਿਸੇ ਸੈੱਟ ਨੂੰ ਰਿਫਲੈਕਸਿਵ ਦੇਖਣਾ ਹੋਵੇ ਤਾਂ ਉਸਦਾ ਆਪਣੇ ਆਪ ਨਾਲ ਪੇਅਰ ਬਣਾ ਲਓ ਸਾਰੇ ਦੇ ਸਾਰੇ ਐਲੀਮੈਂਟਸ ਦਾ। ਤਾਂ ਤੁਸੀਂ ਦੇਖੋ 1 1 2 2 3 3 ਸਾਰੇ ਦੇ ਸਾਰੇ ਇਹਦੇ ਵਿੱਚ ਹੈਗੇ ਆ। ਸੋ ਇਹ ਜਿਹੜਾ ਸੈੱਟ ਹੈ ਰਿਫਲੈਕਸਿਵ ਹੋ ਗਿਆ। ਨਾਓ ਵਾਟ ਅਬਾਊਟ ਦਾ ਸਿਮੈਟਰੀ। ਸਿਮੈਟਰੀ ਲਈ ਸਾਨੂੰ ਦੇਖਣਾ ਪੈਣਾ 1 1 ਦਾ ਰਿਵਰਸ ਹੈ ਜਾਂ ਉਲਟਾ ਉਹ ਇਹਦੇ ਵਿੱਚ ਹੈਗਾ। 1 2 ਦਾ ਦੇਖੋ 1 2 ਦਾ ਕੀ ਹੋਣਾ ਚਾਹੀਦਾ 2 1, ਬਟ 2 1 ਉਹਦੇ ਵਿੱਚ ਨਹੀਂ ਹੈਗਾ। ਸੋ ਸੈੱਟ ਸਿਮੈਟ੍ਰਿਕ ਨਹੀਂ ਹੈਗਾ ਗਾ। ਸੋ ਸਿਮੈਟ੍ਰਿਕ ਨਹੀਂ ਹੈਗਾ। ਹੁਣ ਇੱਕ ਵਾਰੀ ਆਪਸ਼ਨਾਂ 'ਤੇ ਨਿਗਾਹ ਮਾਰ ਲਈਏ। ਇਕੁਅਲੈਂਸ ਰਿਲੇਸ਼ਨ ਦੇ ਵਿੱਚ ਰਿਫਲੈਕਸਿਵ, ਸਿਮੈਟ੍ਰਿਕ ਅਤੇ ਟ੍ਰਾਂਜ਼ਿਟਿਵ ਤਿੰਨੇ ਹੋਣੇ ਚਾਹੀਦੇ ਹੁੰਦੇ ਆ, ਪਰ ਸਿਮੈਟਰੀ ਉੱਡ ਗਈ। ਇਸ ਕਰਕੇ ਆਪਸ਼ਨ ਡੀ ਹੈ ਜਿਹੜੀ ਐਲੀਮੀਨੇਟ ਹੋ ਗਈ। ਬੀ ਆਪਸ਼ਨ ਦੇ ਵਿੱਚ ਵੀ ਸਿਮੈਟ੍ਰਿਕ ਦਿੱਤਾ ਹੋਇਆ, ਇਹ ਵੀ ਐਲੀਮੀਨੇਸ਼ਨ ਹੋ ਗਈ। ਅਤੇ ਸੀ ਆਪਸ਼ਨ ਦੇ ਵਿੱਚ ਵੀ ਸਿਮੈਟ੍ਰਿਕ ਦਿੱਤਾ ਹੋਇਆ, ਇਹ ਵੀ ਐਲੀਮੀਨੇਸ਼ਨ ਹੋ ਗਈ। ਸੋ ਇੱਕੋ ਹੀ ਆਪਸ਼ਨ ਬਚੀ ਹੈ ਸਾਡੇ ਕੋਲ, ਦੈਟ ਇਜ਼ ਫਸਟ। ਸੋ ਇਹ ਰਿਲੇਸ਼ਨ ਹੈ ਜਿਹੜਾ ਰਿਫਲੈਕਸਿਵ ਵੀ ਹੈ ਅਤੇ ਟ੍ਰਾਂਜ਼ਿਟਿਵ ਵੀ ਹੈ। ਉਸ ਤੋਂ ਬਾਅਦ ਫਿਰ ਸਾਨੂੰ ਇੱਕ ਫੰਕਸ਼ਨ ਦਿੱਤਾ ਹੋਇਆ ਜਿਹਦੀ ਡੋਮੇਨ 'ਤੇ ਰੇਂਜ ਦਿੱਤੀ ਹੋਈ ਹੈ ਜਾਂ ਪ੍ਰੀ ਡੋਮੇਨ 'ਤੇ ਕੋ ਡੋਮੇਨ ਦਿੱਤੀ ਹੋਈ ਹੈ। ਤਾਂ ਸਾਨੂੰ 4 ਫੰਕਸ਼ਨ ਦਿੱਤੇ ਹੋਏ ਆ। ਤਾਂ ਅਸੀਂ ਐਨਾਲਿਸਿਸ ਕਰਨਾ ਵੀ ਇਹਨਾਂ ਵਿੱਚੋਂ ਕਿਹੜਾ ਬਾਈਜੈਕਟਿਵ ਹੈਗਾ ਜਾਂ ਬਾਈਜੈਕਸ਼ਨ ਹੈਗੀ ਹੈ। ਸੋ ਅਸੀਂ ਪਹਿਲੇ ਤੋਂ ਹੀ ਸ਼ੁਰੂ ਕਰਦੇ ਹਾਂ। ਜੇ ਤੁਸੀਂ ਪਹਿਲੇ ਨੂੰ ਸ਼ੁਰੂ ਕਰਦੇ ਹੋ ਤਾਂ ਇਹ 1 1 ਨਹੀਂ ਹੈਗਾ ਗਾ। 1 1 ਕਿਉਂ ਨਹੀਂ ਹੈਗਾ ਗਾ? 1 ਦਾ MS ਵੀ 10 ਹੈ, 2 ਦਾ MS ਵੀ 10 ਹੈ, ਬਟ 1 ਨਾਟ ਇਕੁਅਲ ਟੂ 2। ਸੋ ਇਹ ਸਾਡਾ ਆਨਸਰ ਨਹੀਂ ਹੋ ਸਕਦਾ। ਇਸੇ ਤਰ੍ਹਾਂ 1 1 ਤੋਂ ਸ਼ੁਰੂ ਕਰਨ। ਬਾਈਜੈਕਸ਼ਨ ਲਈ 2 ਚੀਜ਼ਾਂ ਚਾਹੀਦੀਆਂ ਹੁੰਦੀਆਂ 1 1 ਐਂਡ ਔਨ 2। ਪਹਿਲਾਂ 1 1 ਹੀ ਚੈੱਕ ਕਰ ਲੈਂਦੇ ਹਾਂ। ਸੋ ਇਹਦਾ ਹੁਣ 1 1 ਤੁਸੀਂ ਚੈੱਕ ਕਰੋਗੇ ਤਾਂ F1 ਦਾ ਇਮੇਜ ਆ ਜਿਹੜਾ ਉਹ 1 ਸਕੁਏਅਰ ਪਲੱਸ 4 ਇਜ਼ ਇਕੁਅਲ ਟੂ 5। -1 ਦਾ ਇਮੇਜ ਚੈੱਕ ਕਰੋਗੇ ਤਾਂ ਉਹ ਵੀ 5 ਹੀ ਬਣ ਗਿਆ। ਸੋ ਇਹਦੇ ਵਿੱਚ 1 ਨਾਟ ਇਕੁਅਲ ਟੂ -1। ਸੋ ਇਹ ਵੀ ਸਾਡੀ ਆਪਸ਼ਨ ਉੱਡ ਗਈ। ਹੁਣ ਇਹ ਤਾਂ ਦੇਖੋ 1 1 ਚੈੱਕ ਕਰ ਲਈ, ਤੁਹਾਨੂੰ ਕੀ ਇੱਕ ਦੱਸਿਆ ਸੀ ਫਾਰਮੂਲਾ ਵੀ ਦਾ ਡੈਰੀਵੇਟਿਵ ਕੱਢ ਲਓ। ਜੇਕਰ ਸਟ੍ਰਿਕਟਲੀ ਇਨਕਰੀਜ਼ਿੰਗ ਜਾਂ ਡਿਕਰੀਜ਼ਿੰਗ ਹੈਗਾ ਤਾਂ ਫੰਕਸ਼ਨ 1 1 ਆ। ਸੋ ਆਹ ਵਾਲਾ 1 1 ਹੋ ਗਿਆ। ਸੋ ਇਹ ਫੰਕਸ਼ਨ ਔਨ ਟੂ ਵੀ ਹੋ ਗਿਆ। ਕਿਉਂ ਔਨ ਟੂ ਹੋ ਗਿਆ? ਲੀਨੀਅਰ ਹੈਗਾ ਇਹ। ਤੁਹਾਨੂੰ ਜੇ ਤੁਸੀਂ ਚਾਹੁੰਦੇ ਹੋ ਤਾਂ ਮੇਰਾ ਫੰਕਸ਼ਨ ਵਾਲਾ ਚੈਪਟਰ ਤੁਸੀਂ ਦੇਖ ਲਿਓ, ਉਹਦਾ ਵੀਡੀਓ ਅਪਲੋਡ ਕੀਤਾ ਹੋਇਆ ਪਲੇਲਿਸਟ ਦੇ ਵਿੱਚ ਹੈਗਾ। ਸੋ ਇਹ ਫੰਕਸ਼ਨ ਸਾਡਾ 1 1 ਵੀ ਹੋ ਗਿਆ, ਔਨ ਟੂ ਵੀ ਹੋ ਗਿਆ। ਸੋ ਇਹਦੀ ਜਿਹੜਾ ਆਨਸਰ ਆ ਸਾਡਾ ਉਹ ਸੀ ਆ ਗਿਆ ਜੀ। ਉਸ ਤੋਂ ਬਾਅਦ ਲਾਸਟ ਇਨਵਰਸ ਟ੍ਰਿਗੋਨੋਮੈਟਰੀ ਵਾਲੇ ਲੈਕਚਰ ਦੇ ਵਿੱਚ ਮੈਂ ਆ ਸਾਰੇ ਇਹਨਾਂ ਦੇ ਫਾਰਮੂਲੇ ਵਗੈਰਾ ਦੱਸੇ ਸੀ। ਤਾਂ ਉਹਦੇ ਵਿੱਚ ਵੀ ਇੱਕ ਟਾਈਪ ਦੇ ਵਿੱਚ ਮੈਂ ਡਿਸਕਸ ਕੀਤਾ ਸੀ। ਸੋ ਇਹਦਾ ਆਨਸਰ ਹੈ ਜਿਹੜਾ, ਵੈਸੇ ਤੁਹਾਨੂੰ ਦੱਸ ਦੇਣਾ, ਟ੍ਰਿਗੋਨੋਮੈਟਰੀ ਦੇ ਵਿੱਚ ਇੱਕ ਫਾਰਮੂਲਾ ਹੁੰਦਾ sin A + B = sin A। ਆਹ ਕੰਡੀਸ਼ਨਸ ਬਹੁਤ ਜ਼ਰੂਰੀ ਹੈ, ਇਹਨੇ ਪਹਿਲਾਂ ਹੀ ਵੈਸੇ ਦੇ ਦਿੱਤੀਆਂ। ਇਹਨਾਂ ਜੇਕਰ ਇਹ ਬਦਲ ਜਾਣ ਤਾਂ ਆਨਸਰ ਡਿਫਰ ਕਰ ਜਾਂਦਾ। sin A cos B + cos A sin B, ਕਿਉਂਕਿ ਸਾਰੇ ਆਨਸਰ ਦੇ ਵਿੱਚ ਸਾਈਨ ਹੀ ਹੈ। ਇਸ ਕਰਕੇ cos ਦਾ ਇੱਥੇ ਕੋਈ ਕੰਮ ਨਹੀਂ, ਇਹਨੂੰ ਵੀ ਸਾਈਨ ਦੇ ਵਿੱਚ ਕਨਵਰਟ ਕਰ ਦਿਓ। sin A 1 - sin square B root plus sin B 1 - sin square root A। ਹੁਣ ਨਾ ਉਹ ਪੁੱਟ ਕਰ ਲਓ। sin A ਨੂੰ ਤੁਸੀਂ x ਲੈ ਲਓਗੇ ਅਤੇ sin B ਨੂੰ ਤੁਸੀਂ y ਲੈ ਲਓਗੇ। ਤਾਂ ਤੁਹਾਡੇ ਕੋਲ ਜੋ ਸਿਨੈਰੀਓ ਹੈ, ਇੱਕ ਵਾਰ ਇਹਨੂੰ ਇੱਦਾਂ ਰੁਕ ਲੈਂਦੇ, ਇੱਧਰ ਨਹੀਂ ਫਿਲ ਕਰਦੇ, ਇੱਧਰ ਆ ਜਾਓ। ਇਹ ਕਿੰਨਾ ਹੋ ਗਿਆ? x 1 - y² plus y 1 - x²। ਸੋ ਆ ਸਾਈਨ ਨੂੰ ਉਸ ਤਰਫ ਲੈ ਜਾਓ। A + B = sin ਇਨਵਰਸ x 1 - y² plus y 1 - x²। ਤਾਂ A ਅਤੇ B ਦੀ ਵੈਲੂ ਬੈਕ ਕਰ ਦਿਓ। ਸੋ ਇਹ ਹੋ ਗਿਆ sin ਇਨਵਰਸ x
प्लस साइन इनवर्स वाई। सो तुहाडे कोल जो रिलेशन सर्वाइव किया एज पर द ऑप्शनस ऑप्शन बी। सो ये तुहाडा तुसीं देख लोगे तो साडा आंसर बन गया जी। नैक्सट क्वेश्चन ते आओ जी। फिर वही गल आ तां डोमेन ते रेंज की वार वार गल हो रही है। पिछले लैक्चरस दे विच भी तुहानूं दस्सिया सीगा भी जिहड़ियां साडीआं 6 इनवर्स ट्रिग्नोमैट्रिक फंक्शनस हैगियां आइडेंटिटीज़ हैगियां इन्हां दे बई तुसीं इन्हां दी डोमेन ते इन्हां दी रेंज है जिहड़ी याद कर लो है ना। सो इहदी दिस वन हाँ जी। इसे तरह जी यदि प्रिंसीपल वैल्यू साइन तुहाडे कोल हुंदा साइन 30 डिग्री मीनस π/6 इज इक्वल टू 1/2 तो की बन गया जी फिर तुहाडा ये π/। सो योर आंसर इज लभो जी ऑप्शन कितने पे दिस वन पी हो गया जी। नैक्सट क्वेश्चन ते आओ जी। थानू रिजल्ट भली भांत याद होना साइन इनवर्स साइन एक्स इक्वल टू एक्स इफ एक्स बिलोंग्स टू -π/2 एंड π/2 मतलब ये रिजल्ट कदों लगना जब एक्स थोड़ा -90 to 90 के विचकार हो। π/3 मीनस 60 है। सो कोई फर्क नहीं पैन लगे ये विचकार है। सो रिजल्ट लग गया। योर आंसर इज डी। वट अबाउट 7th क्वेश्चन फिर दोबारा पूछ लिया उन्हें। इस बार उन्हें डोमेन नहीं पूछी रेंज पूछी है। अगर तुहानूं याद है लर्न कर लिए क्या सी इहदी जिहड़ी रेंज हैगी है वो दिस इज 0 टू प्रिंसीपल ब्रांच कह हुए हैं तो यदि डोमेन है जी -1 to 1। सो उन्हें रेंज पूछी है तो रेंज आंसर इज तुहाडा डी। फिर वही बार बार क्वेश्चन रिपीट कर रहा है पंजाब बोर्ड। साइन इनवर्स एक्स प्लस कॉस इनवर्स एक्स इज इक्वल टू π/2 हुंदा आ ते आ सेम होने चाहिए है। सो इत्थे तुहाडे कोल 1/4 आ तो आ भी 1/4 होना चाहिए। सो योर आंसर इज बी। अगर कोई भी वैक्टर कोई मैट्रिक्स दी है A/J M × N जो असीं उहदा ट्रांसपोज लैने तो ट्रांसपोज लैन का मतलब की हुंदा भी उहदे ऑर्डर रो नूं कॉलम च कन्वर्ट कर देंगे कॉलम नूं रो दे विच। अगर आ जिहड़ी सानूं गिवन मैट्रिक्स है इहदा ऑर्डर कितना इक्को रो है 2 कॉलम है 1 into 2। तो जो इस रो वैक्टर नूं कॉलम वैक्टर बना देंगे तो जिहड़ा साडा आंसर बन जाना दैट इज डी। उस तो बाद जी विच इज़ द फॉलोइंग मैट्रिक्स इज सिमेट्रिक एज वेल एज स्क्यू सिमेट्रिक। इन्हां चों दसो किहड़ी मैट्रिक्स सिमेट्रिक ते स्क्यू सिमेट्रिक है। सो सपोज करो भी साढ़े कोल ए कोई स्केयर मैट्रिक्स है। सपोज करो 2/2 दी है। अगर ए इफ ए सिमेट्रिक अगर वो सिमेट्रिक है तो एज पर द डेफिनेशन वो ट्रांसपोज इक्वल हो जाऊगा कार्ड नंबर 1। इफ ए स्क्यू सिमेट्रिक एज पर डेफिनेशन A' इक्वल टू -A। होने तो दोनों ही है यदा मतलब दोनों प्रॉपर्टीज लग गई कट्ठियां तो A इज इक्वल टू -A हो गया। सो A + A इज इक्वल टू 0 मैट्रिक्स ऑफ कोर्स 2/2 की हो जाएगी ये तो A की वैल्यू 0 मैट्रिक्स है। 0 मैट्रिक्स का मतलब है क्योंकि 2/2 की गल की है तो 0 2/2 0 0 0। सो एज पर डेफिनेशन साडा आंसर की आ गया था A आ गया सी। सो वट इज द ऑर्डर ऑफ द मैट्रिक्स 1 2 3। सो 3 ये रो है तो कॉलम इक्को ही है। सो 3 into 1। सो उस तो बाद क्वेश्चन नंबर 12 है तो ਉਹਦੇ ਵਿੱਚ ਕੀ है अगर A तो B की प्रोडक्ट लेनी है तो A का ऑर्डर सपोज करो सानू M × N दिता B का ऑर्डर सानू दिता P × Q। तो सानू पता है भी प्री तो पोस्ट का की चक्कर होंदा भी बाद वाले दियाँ आ सानू इक्वल होनी चाहिए फस्ट मैट्रिक्स के कॉलम तो सैकेंड मैट्रिक्स दी रोज मीनस N इज इक्वल टू P इक्वल होना चाहिए। सो आंसर इहदा कितना बन गया डी। सो नैक्सट है जी नैक्सट क्वेश्चन के लोकेशन पूछी है। सो सैकेंड रो का थर्ड एलीमेंट दिस इज फस्ट रो दिस इज सैकेंड रो तुरे आए तो पता लग गया दिस इज द रिक्वायर्ड एलीमेंट कितने पे जी ऑप्शन सी दे। सो लास्ट लैक्चर भी दसिया भी दो मैट्रिसेस इक्वल कदों होंगे फस्ट ऑफ ऑल उन्होंने ऑर्डर सेम होना चाहिए तो उस तो बाद वो कोरसपोंडिंग एलीमेंट देखने हैं।
ਸੋ ਹੁਣ ਇਹਦਾ ਆਰਡਰ ਤਾਂ ਸੇਮ ਹੀ ਹੈ ਜੀ ਦੋਨੇ 14th ਕੁਐਸਚਨ ਦੇ ਵਿੱਚ ਦੋਨੇ ਹੀ 2/2 ਹੈ। ਸੋ ਜਦੋਂ ਇਹ ਇਕੁਅਲ ਕੀਤੇ ਤਾਂ ਇਹਦਾ ਮਤਲਬ ਐਕਸ ਦੀ ਜਿਹੜੀ ਵੈਲਿਊ ਹੈ ਸਾਡੇ ਕੋਲ ਐਕਸ ਦੀ ਵੈਲਿਊ ਆ ਗਈ 6 ਤੇ ਇਹਨਾਂ ਨੂੰ ਕੰਪੇਅਰ ਕੀਤਾ। ਸੋ ਐਕਸ ਵਾਈ ਇਜ਼ ਇਕੁਅਲ ਟੂ 12 6 ਦੀ ਵੈਲਿਊ ਫਿਲ ਕਰ ਦਿਓ ਵਾਈ ਇਜ਼ ਇਕੁਅਲ ਟੂ 2 ਲੱਭੋ ਜੀ ਕਿੱਥੇ ਹੈ ਦਿਸ ਇਜ਼ ਸੀ। ਸੋ ਤੁਹਾਡਾ ਆਨਸਰ ਕਿਹੜਾ ਆ ਗਿਆ ਇਹ ਵਾਲਾ ਆ ਗਿਆ। ਨੈਕਸਟ ਕੁਐਸਚਨ ਤੇ ਆ ਜਾਓ ਜੀ ਇਫ ਏ ਸਕੇਅਰ ਮੈਟ੍ਰਿਕਸ ਦੈਨ ਏ ਮਾਈਨਸ ਏ ਇਜ਼ ਆਲਵੇਜ। ਦੇਖੋ ਜੀ ਫਿਰ ਉਹੀ ਗੱਲ ਵੀ ਅਗਰ ਸਪੋਜ਼ ਕਰੋ ਵੀ ਮੈਟ੍ਰਿਕਸ ਪੀ ਹੈ ਤੁਹਾਡੇ ਕੋਲ ਏ ਕੋਈ ਸਕੇਅਰ ਮੈਟ੍ਰਿਕਸ ਹੈ is any square matrix of order n। ਸੋ ਆਪਾਂ ਦੋ ਮੈਟ੍ਰਿਕਸ ਡਿਫਾਈਨ ਕਰਦੇ ਹਾਂ ਇੱਕ P ਲੈ ਲਓ A plus A dash A ਦਾ ਟਰਾਂਸਪੋਜ਼ ਹੀ ਹੈ ਆਫਕੋਰਸ ਅਸੀਂ ਡਿਫਾਈਨ ਕਰ ਸਕਦੇ ਹਾਂ ਤੇ ਇੱਕ Q ਲੈ ਲਓ A minus A dash। ਤੁਸੀਂ ਨੋਟ ਕਰਿਓ ਜੇ P dash will be equal to P ਕਿਉਂ ਕਿਉਂਕਿ P dash means मतलब ट्रांसपोज ऑफ P A dash। सो A dash आ डबल प्रॉपर्टी लगी जो डबल ट्रांसपोज हो गया A dash तो वैक्टर एडिशन है जी कम्यूटेटिव होंगी है। सो सॉरी मैट्रिक्स एडिशन इज कम्यूटेटिव। सो आ हो गया A plus A dash विच इज इक्वल टू P। सो P इज इक्वल टू P। सो इसका मतलब की हो गया भी A plus A dash जी मैट्रिक्स है वो की होंगी है सिमेट्रिक होंगी है। इस तरह A माइनस A dash जी होंगी है वो स्क्यू सिमेट्रिक होंगी है। सो किसी तरह नाल भी क्वेश्चन आ जाता। सो इसका आंसर कितना बन गया जी 15 का ये आंसर आ गया जी। अगे आओ जी कंटीन्यूटी है जी जो कोई भी फंक्शन किसी पॉइंट पर कंटीन्यूस होंगे तो लिमिट एक्स अप्रोच टू सी एफ एक्स इक्वल टू एफ सी होंगे। सो इत्थे साडे कोल आ गया एक्स अप्रोचेस टू 2 एक्स क्यूब माइनस 8 बाय एक्स माइनस 2 इक्वल टू एफ सी एफ 2 की वैल्यू कितनी दी हुई है के। सो आ 0/0 फॉर्म बन गई जी 0/0 फॉर्म का जो MCQ करने हो तो सब तो सौखा तरीका होंगे एलो स्पीटर ला दो उपर ले दो उपर डेरीवेटिव ले लो 3x² नीचे वाला नीचे डेरीवेटिव ले लो दैट इज़ 1 वैल्यू इतने वैल्यू फिल कर दो जो तुम वैल्यू फिल की तो ये बन गया जी 3 × 2² इक्वल टू के। सो के की वैल्यू आ गई 4 × 3 12। सो 12 आ गई जी। सो तो आंसर कितना आ गया जी डी। नैक्सट क्वेश्चन तो आ जाओ डेरीवेटिव भी है जी इसका tan इनवर्स का डेरीवेटिव कितना होंगे 1 प्लस EX² चेन रूल नाल उस तो बाद EX का डेरीवेटिव EX है तो ऑप्शन पहला भी क्वेश्चन किया सी दिस वन। क्वेश्चन नंबर 18 sin x का डेरीवेटिव sin x तो cos x हो गया cos x तो माइनस sin x हो गया तो यदि π/2 तो वैल्यू फिल करोगे जी वो तो वैल्यू आ गई -1। हाँ जी। सो 18 का तुहाडा आंसर आ गया जी -1। ठीक है जी साइन तो कॉस कॉस तो साइन π/2 तो वैल्यू -1। ठीक है जी। उस तो बाद आ गया जी फिर पैरामीट्रिक क्वेश्चन का डेरीवेटिव है तो ये देखोगे तो सो dx/dt विल बी इक्वल टू 2a। जो तुम dv/dt देखोगे 80² सीगा सो बन गया 280 एंड dv/dx इक्वल टू dv/dt dx/dt dv/dt सी कितना सी 2a/t कैंसल हो गया। सो आंसर कितना हो गया टी। सो 19 का थोड़ा कितना आ गया टी आ गया। फिर उदा ही चल रहा जी cos इनवर्स का डेरीवेटिव कितना होंगे माइनस आ वाला होंगे। हुण तुसीं चेन रूल लाओगे सो थोड़ा आंसर की बन जूगा दिस वन। क्वेश्चन नंबर 21 है ना ये थोड़ा जिहा पता नहीं कि हिसाब नाल इन्होंने पूछा हुआ बट स्टिल आप देखते हैं साढ़े को एक दो रिजल्ट है। एक तो यह है भी डिफरेंशिएबिलिटी इंप्लाइज कंटीन्यूटी। कंटीन्यूटी का डिफरेंशिएबिलिटी का मतलब है हर एक फंक्शन से टेंजेंट एग्जिस्ट कर रहा है। कंटीन्यूटी का मतलब है भी वो ग्राफ के कितने भी लूप होल्स नहीं है ब्रेक नहीं है। सैकेंड है जी कंटीन्यूटी है डज नॉट इंप्लाई डिफरेंशिएबिलिटी मतलब इदा के फंक्शन है जोड़े कंटीन्यूस हो सकते हैं पर डिफरेंशिएबल नहीं होंगे। फॉर एग्जाम्पल आर मॉडुलस एक्स वाला इसका ग्राफ लाओगे तुम लाइक दिस तो ये जो फंक्शन है कंटीन्यूस है बट
ਇਹ ਜਿਹੜਾ ਐਸ ਸ਼ਾਰਪ, ਇਹਨੂੰ ਬੋਲਦੇ ਸ਼ਾਰਪ ਕਾਰਨਰ ਪੁਆਇੰਟ। ਮੈਂ ਅੱਗੇ ਵੀ ਦੱਸਿਆ ਸੀ ਕੀ ਬੋਲਦੇ ਆ, ਸ਼ਾਰਪ ਕਾਰਨਰ ਪੁਆਇੰਟ। ਇਸ ਸ਼ਾਰਪਰ ਪੁਆਇੰਟ ਤੇ ਜਿਹੜਾ dv/dx ਹੈ ਜਿਹੜਾ ਡਸ ਨਾਟ ਐਗਜਿਸਟ ਕਰਦਾ। ਹੁਣ ਇਹਦੀ ਆਪਸ਼ਨ ਦੇਖਦੇ ਹਾਂ ਆਪਾਂ। ਡੈਰੀਵੇਟਿਵ ਆਫ ਦਾ ਫੰਕਸ਼ਨ ਡਸ ਨਾਟ ਐਗਜਿਸਟ, ਇਹ ਕਿਵੇਂ ਹੋ ਗਿਆ ਵੀ ਡੈਰੀਵੇਟਿਵ ਤਾਂ ਤੁਸੀਂ ਕਹੀ ਜਾਂਦੇ ਹੋ ਹੈਗਾ ਕੰਟੀਨਿਊਸ ਹੈ, ਜੇ ਐਗਜਿਸਟ ਕਰਦਾ ਸੀ ਫਿਰ ਹੀ ਕੰਟੀਨਿਊਸ ਹੋਇਆ। ਸੋ ਪਹਿਲੀ ਆਪਸ਼ਨ ਤੁਹਾਡੀ ਜਿਹੜੀ ਡਿਸਕਾਰਡ ਹੋ ਗਈ। ਫੰਕਸ਼ਨ ਇਜ਼ ਡਿਫਰੈਂਸ਼ੀਏਬਲ, ਬਿਲਕੁਲ ਡੈਰੀਵੇਟਿਵ ਤੁਸੀਂ ਕਹਿ ਰਹੇ ਹੋ ਵੀ ਕੰਟੀਨਿਊਸ ਹੈ, ਫਿਰ ਐਗਜਿਸਟ ਕੀਤਾ ਸੀ ਤਾਂ ਇਹਦਾ ਮਤਲਬ ਡਿਫਰੈਂਸ਼ੀਏਬਲ ਹੋ ਗਿਆ। ਚਲੋ ਜੀ, ਇਹ ਆਪਸ਼ਨ ਸਹੀ ਹੋ ਗਈ। ਤੀਜੀ ਆਪਸ਼ਨ ਵੀ ਦੇਖਦੇ ਨੇ, ਫੰਕਸ਼ਨ ਇਜ਼ ਨਾਟ ਕੰਟੀਨਿਊਸ, ਗਲਤ ਹੋ ਗਿਆ ਜੀ, ਕਿਉਂਕਿ ਡੈਰੀਵੇਟਿਵ ਡਿਫਰੈਂਸ਼ੀਏਬਿਲਟੀ ਇੰਪਲਾਈਜ਼ ਕੰਟੀਨਿਊਸ, ਜੇ ਅਗਰ ਉਹਦਾ ਡੈਰੀਵੇਟਿਵ ਐਗਜਿਸਟ ਕਰ ਰਿਹਾ ਤਾਂ ਕੰਟੀਨਿਊਸ ਵੀ ਹੋਊਗਾ। ਇਹ ਕਹੀ ਜਾਂਦਾ ਨਹੀਂ ਕੰਟੀਨਿਊਸ, ਇਹ ਆਪਸ਼ਨ ਵੀ ਡਿਸਕਾਰਡ ਹੋ ਗਈ। ਫੰਕਸ਼ਨ ਇਜ਼ ਨਾਟ ਡਿਫਰੈਂਸ਼ੀਏਬਲ ਐਟ ਦੈਟ ਪੁਆਇੰਟ, ਬਈ ਫਿਰ ਕੰਟੀਨਿਊਸ ਡੈਰੀਵੇਟਿਵ ਕੰਟੀਨਿਊਸ ਕਿਵੇਂ ਹੋਊਗਾ ਜੇ ਡਿਫਰੈਂਸ਼ੀਏਬਲ ਹੀ ਨਹੀਂ ਸੀਗਾ ਤਾਂ। ਸੋ ਇਹ ਆਪਸ਼ਨ ਵੀ ਉਹਦੀ ਡਿਸਕਾਰਡ ਹੋ ਗਈ। ਸੋ ਇੱਕੋ ਆਪਸ਼ਨ ਸਰਵਾਈਵ ਕੀਤੀ ਹੈ, ਦੈਟ ਇਜ਼ ਬੀ। ਹਾਂਜੀ, ਕੁਐਸਚਨ ਨੰਬਰ 22। ਸੋ ਇਹਦੇ ਵਿੱਚ ਤੁਸੀਂ ਪਹਿਲਾਂ dv/d ਕੱਢ ਲਓਗੇ। ਸੋ ਉਹ ਬਣ ਗਿਆ ਜੀ ਤੁਹਾਡੇ ਕੋਲ 8 cos θ। ਸੋ dx/d ਕੱਢਿਆ ਜੀ, ਉਹ ਬਣ ਗਿਆ -4 sin θ। ਸੋ dv/dx ਕੀ ਹੋ ਗਿਆ ਜੀ ਤੁਹਾਡੇ ਕੋਲ, ਉਹ ਹੋ ਗਿਆ ਜੀ 8 cos θ -4 sin θ। ਸੋ ਆ -2, ਸੋ cos θ sin θ। ਤਾਂ ਵੈਲਿਊ ਕਿਹੜੀ ਜੀ, ਕਿਹੜੇ ਐਂਗਲ ਤੇ ਪੁੱਛ ਰਿਹਾ ਸੀਗਾ ਜੀ, ਉਹ π/6 ਤੇ, ਮਤਲਬ ਇੱਥੇ ਦੀ ਵੈਲਿਊ ਕਿੰਨੀ ਹੁੰਦੀ ਹੈ √ ਤੇ ਇਹਦੀ 1/2। ਸੋ ਯੂਰ ਆਂਸਰ ਇਜ਼ -2 √3। ਸੋ ਦਿਸ ਇਜ਼ ਯੂਰ ਆਂਸਰ। ਸੋ ਇਹਦੇ ਵਿੱਚ ਕੀ ਪੁੱਛ ਰਿਹਾ ਜੀ, ਸਿੰਗਲ ਡੈਰੀਵੇਟਿਵ ਵੈਲਿਊ ਪੁੱਛ ਰਿਹਾ। x² ਦਾ ਡੈਰੀਵੇਟਿਵ 2x ਤੇ 5 ਤੇ ਵੈਲਿਊ 2 × 5 10। ਸੋ ਆਂਸਰ ਇਜ਼ ਦਿਸ। ਸੋ ਉਸ ਤੋਂ ਬਾਅਦ ਪੁੱਛ ਰਿਹਾ ਜੀ log sin x ਦਾ ਡੈਰੀਵੇਟਿਵ। log sin x ਦਾ ਡੈਰੀਵੇਟਿਵ ਕੱਢੋ। ਸਭ ਤੋਂ ਪਹਿਲਾਂ ਡੈਰੀਵੇਟਿਵ ਕੱਢੋ ਇਹਦਾ ਡੈਰੀਵੇਟਿਵ ਤੁਸੀਂ ਕੱਢੋਗੇ ਇੱਥੇ ਜੇ ਕਰ ਲੈਂਦੇ ਆਪਾਂ। ਸੋ dv/dx ਉਹ ਹੋ ਗਿਆ 1/sin x। sin x ਦਾ ਡੈਰੀਵੇਟਿਵ ਅੱਗੋਂ cos x, ਤਾਂ ਇਹ ਬਣ ਗਿਆ ਜੀ cot x, ਤੇ cot π/4 ਦੀ ਵੈਲਿਊ ਜਿਹੜੀ ਹੁੰਦੀ ਹੈ ਦਿਸ ਇਜ਼ 1। ਸੋ 24th ਕੁਐਸਚਨ ਦਾ ਜਿਹੜਾ ਤੁਹਾਡੇ ਕੋਲ ਆਨਸਰ ਸੀਗਾ ਉਹ ਬਣ ਗਿਆ ਤੁਹਾਡੇ ਕੋਲ ਸੀ। ਚਲੋ ਜੀ ਨੈਕਸਟ ਕੁਐਸਚਨ 'ਤੇ ਆ ਜਾਓ। ਪਹਿਲਾਂ ਤਾਂ ਟੇਂਜੈਂਟ ਦੀ ਸਲੋਪ ਕੱਢ ਲਓ ਜੀ। ਸਲੋਪ ਕੱਢਣੀ ਹੈ ਨਾਰਮਲ ਦੀ ਪੁੱਛੀ ਜੀ, ਟੇਂਜੈਂਟ ਦੀ ਕੱਢ ਲਓ। dv/dx ਨਿਕਾਲਿਆ ਤੁਸੀਂ ਤਾਂ ਇਹ ਬਣ ਗਿਆ 3x²। ਤਾਂ ਐਟ ਦਾ ਵੈਲਿਊ 1 ਜਦੋਂ ਤੁਸੀਂ ਦੇਖੋਗੇ ਤਾਂ ਇਹਨੇ ਬਣ ਜਾਣਾ 3। ਤਾਂ ਵੈਸੇ ਟੇਂਜੈਂਟ ਇਨਟੂ ਨਾਰਮਲ ਸਲੋਪ ਦੀ ਪ੍ਰੋਡਕਟ ਹੈ ਜਿਹੜੀ ਦੈਟ ਸ਼ੁੱਡ ਬੀ -1, ਕਿਉਂਕਿ ਆਪਸ ਵਿੱਚ ਪਰਪੈਂਡੀਕੂਲਰ ਹੁੰਦੇ ਆ। ਸੋ ਆ ਗਈ ਜੀ ਸਲੋਪ ਆਫ ਨਾਰਮਲ, ਕਿਉਂਕਿ ਟੇਂਜੈਂਟ ਦੀ ਸਲੋਪ 3 ਆਈ ਹੈ। ਉਸ ਤੋਂ ਬਾਅਦ ਹੈ ਜੀ ਫੰਕਸ਼ਨ ਇਜ਼ ਡਿਫਰੈਂਸ਼ੀਏਬਲ ਐਟ if f is differentiable at a critical point then the value of the derivative at that critical point। ਦੇਖੋ ਜੀ ਕੁਐਸਚਨ ਨੰਬਰ 26 ਕੀ ਹੁੰਦਾ, ਕੋਈ ਵੀ ਕ੍ਰਿਟੀਕਲ ਪੁਆਇੰਟ ਕਦੋਂ ਹੁੰਦਾ, ਉਹਦੇ 'ਚ ਦੋ ਕੰਡੀਸ਼ਨਸ ਹੁੰਦੀਆਂ, ਜਾਂ ਤਾਂ f is not differentiable ਜਾਂ ਉਹਦਾ ਡੈਰੀਵੇਟਿਵ ਆ ਜਿਹੜਾ ਉਹਦਾ ਜਿਹੜਾ ਵਿਦ ਰਿਸਪੈਕਟ ਦਾ ਇੰਡੀਪੈਂਡੈਂਟ ਵੇਰੀਏਬਲ ਜਿਹੜਾ ਵੀ ਉੱਥੇ ਦਿੱਤਾ ਹੋਊਗਾ ਉਹ ਕੀ ਹੋਣਾ ਚਾਹੀਦਾ, 0 ਹੋਣਾ ਚਾਹੀਦਾ। ਬਟ ਉਹਨੇ ਕੰਡੀਸ਼ਨਾਂ 'ਚ ਪਹਿਲਾਂ ਹੀ ਕਹਿ ਤਾ ਵੀ ਫੰਕਸ਼ਨ ਤਾਂ ਬਈ ਤੁਹਾਡਾ ਡਿਫਰੈਂਸ਼ੀਏਬਲ ਹੈ। ਸੋ ਆਹ ਕੰਡੀਸ਼ਨ ਤਾਂ ਉੱਡ ਗਈ। ਸੋ ਕਿਹੜੀ ਸਰਵਾਈਵ ਕੀਤੀ, ਡੈਰੀਵੇਟਿਵ 0। ਸੋ ਯੂਰ ਆਂਸਰ ਇਜ਼ ਦਿਸ 1। ਫਿਰ ਸਲੋਪ ਆਫ ਦਾ ਨਾਰਮਲ ਇਹਦਾ ਕਰ ਵੀ 7 ਦਿਨ ਦਾ ਸਲੋਪ ਆਫ ਦਾ ਟੇਂਜੈਂਟ। ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਸਲੋਪ ਤੇ ਟੇਂਜੈਂਟ ਦਾ ਜਿਹੜਾ ਰਿਲੇਸ਼ਨ ਹੁੰਦਾ -1 ਦਾ। ਸਲੋਪ ਆਫ ਨਾਰਮਲ ਦਿੱਤੀ ਹੈ 7 ਤੇ ਟੇਂਜੈਂਟ ਦੀ ਕਿੰਨੀ ਹੋ ਜਾਣੀ ਹੈ -1/7। ਉਸ ਤੋਂ ਬਾਅਦ ਇਕੁਏਸ਼ਨ ਆਫ ਦਾ ਟੇਂਜੈਂਟ ਟੂ ਦਾ ਕਰਵ sin x ਐਂਡ ਦਾ ਪੁਆਇੰਟ ਆਫ ਦਾ ਮੈਕਸਿਮਮ ਆਫ ਦਾ ਇੰਟਰਵਲ। ਦੇਖੋ ਜੇਕਰ ਤੁਹਾਨੂੰ ਫੰਕਸ਼ਨ ਦਿੱਤਾ y = sin x ਤਾਂ ਕ੍ਰਿਟੀਕਲ ਪੁਆਇੰਟ ਲਈ dv/dx = 0, ਮਤਲਬ cos x = 0 ਤੇ cos ਕਿਦੋਂ ਹੁੰਦਾ 0 90 ਤੇ π/2 ਤੇ। ਸੋ ਸਾਡਾ ਪੁਆਇੰਟ ਕਿਹੜਾ ਬਣ ਗਿਆ, ਸਾਡੇ ਕੋਲ ਜਦੋਂ ਆਪਾਂ ਟੇਂਜੈਂਟ ਲੈਣਾ ਸੀ ਤਾਂ x ਦੀ ਵੈਲਿਊ ਆਈ ਸੀ ਸਾਡੇ ਕੋਲ π/2 ਤੇ y ਦੀ ਵੈਲਿਊ ਆ ਜਾਣੀ ਸੀ 1। ਸੋ ਇਕੁਏਸ਼ਨ ਕੀ ਹੁੰਦੀ ਹੈ, ਜਸਟ ਮੈਨੂੰ ਜਗ੍ਹਾ ਬਣਾ ਲੈਣ ਦਿਓ। ਇਹਦੀ ਇਕੁਏਸ਼ਨ ਹੁੰਦੀ ਹੈ ਜੀ y - y1 ਸਲੋਪ x - x1। ਸੋ y ਤਾਂ ਇੱਦਾਂ ਹੀ ਰਹਿ ਗਿਆ ਤੇ y1 ਦੀ ਜਗ੍ਹਾ 'ਤੇ ਸਾਡੇ ਕੋਲ ਆ ਗਿਆ -1 ਤੇ m ਸਲੋਪ ਤਾਂ 0 ਸੀਗੀ ਤੇ x - π/2। ਆ ਤਾਂ ਗੱਲ ਹੀ ਖਤਮ ਹੋ ਗਈ। ਸੋ ਇਹਦੀ ਇਕੁਏਸ਼ਨ ਕਿੰਨੀ ਆ ਗਈ, y - 1 = 0। ਠੀਕ ਹੈ ਜੀ।
चलो उस तो बाद आ गए जी, इफ ए एंड बी आर द टू एडजेसेंट साइड्स ऑफ ए पैरेलल दैन द एरिया ऑफ द ट्रायंगल। थोड़ा जिहा ना मैनूं लगदा ये गड़बड़ कर गया, इत्थे सही जिहड़ा शब्द चाहीदा सी ना, ट्रायंगल ही चाहीदा सी। खैर आपां देख लैंदे आ। सो क्वेश्चन नंबर 29 जो डिस्कस करना तो इदां दा हुंदा है। सपोज कर ला तुहाडी पैरेललोग्राम, एक वैक्टर एडजेसेंट साइड्स दित्ती होईआं पी, तो दैन ਉਹਦਾ एरिया ਜਿਹੜਾ ਹੁੰਦਾ ਪੈਰਲੋਗ੍ਰਾਮ ਦਾ ਉਹ ਤੁਹਾਡੇ ਕੋਲ ਇਹ ਹੁੰਦਾ ਤੇ ਦੋ ਟ੍ਰਾਇੰਗਲਸ ਬਣ ਗਏ, ਇੱਕੋ ਜਿਹਾ ਏਰੀਆ ਹੁੰਦਾ, ਫਿਰ ਉਹ ਹਾਫ ਹੋ ਜਾਊਗਾ। ਸੋ ਯੂਰ ਆਨਸਰ ਇਜ਼ ਦਿਸ। ਇੱਕ ਨਾ ਹੋਰ ਇੱਥੇ ਰਿਜ਼ਲਟ ਆਉਂਦਾ ਹੁੰਦਾ ਵੀ ਸਪੋਜ਼ ਕਈ ਵਾਰ ਨਾ ਡਾਇਗਨਲ ਦਿੱਤੇ ਹੁੰਦੇ ਆ D1 ਡਾਇਗਨਲ ਤੇ D2, ਤਾਂ ਦੈਨ ਏਰੀਆ ਆਫ ਪੈਰਲੋਗ੍ਰਾਮ ਕਿੰਨਾ ਬਣ ਜਾਂਦਾ ਹੁੰਦਾ 1/2 D1 क्रॉस D2। याद रखो दो क्वेश्चन पेपर च पूछता, एक किताब वाला जो हमने कर लिया, जो एडजेसेंट साइड देती है एरिया ऑफ पैरेललोग्राम, फिर दिस वन है। अगर डायगोनल देते हैं तो फिर दिस वन है। उन्हें ट्रायंगल पूछा सी, इस करके हाफ करता। उस तो बाद है जी क्वेश्चन नंबर 30, द थ्री साइड्स ऑफ द रेक्टेंगल पैरेललोपाइप द वॉल्यूम ऑफ द स्टैंडर्ड रिजल्ट है जी स्केलर ट्रिपल प्रोडक्ट। आंसर डी आ गया जी। ये प्रॉपर्टी ਦੇ ਵਿੱਚ ਤੁਸੀਂ ਦੇਖੋਗੇ ਤਾਂ ਫਿਰ ਆਪਾਂ ਦੇਖ ਲੈਂਦੇ ਹਾਂ। ਹਾਂਜੀ ਕੁਐਸਚਨ ਨੰਬਰ ਪ੍ਰੋਜੈਕਸ਼ਨ ਹੈ ਜੀ। ਪ੍ਰੋਜੈਕਸ਼ਨ ਦਾ ਫਾਰਮੂਲਾ ਕੀ ਹੁੰਦਾ ਜੀ, A on B ਦਾ A dot B divided by B magnitude। what is the B magnitude? 1 plus 16 plus 9, 16 plus 9 25 plus 1 26, 26 ਹੋਰ ਤਾਂ ਕਿਤੇ ਆਇਆ ਹੀ ਨਹੀਂ। ਸੋ ਆਪਸ਼ਨ ਵਿਲ ਬੀ ਦਿਸ। ਸੋ ਇਹਦਾ ਮੋਡੂਲਸ ਲਿਆ ਜੀ, ਮੈਗਨੀਟਿਊਡ ਪੁੱਛਿਆ 49 plus 16 plus 9। ਸੋ ਇਹ ਕਿੰਨਾ ਬਣ ਗਿਆ ਜੀ 25 74 ਦਿਸ ਵਨ ਜੀ। ਉਹ ਫਿਰ ਕੁਐਸਚਨ ਆ ਗਿਆ ਜੀ ਇਹਦਾ ਕੋਪਲਾਨਰ ਦਾ ਜੀ। ਸੋ ਇਹਦਾ ਜਿਹੜਾ ਰਿਜ਼ਲਟ ਹੈਗਾ ਜੀ ਸਕੇਲਰ ਟ੍ਰਿਪਲ ਪ੍ਰੋਡਕਟ ਜਿਹੜੀ 0 ਹੈਗੀ ਹੈ ਜੀ। ਤਾਂ ਇੱਕ ਵਾਰੀ ਫਿਰ ਥੋੜ੍ਹਾ ਜਿਹਾ ਨਾ ਯਾਦ ਕਰ ਲਓ, ਜਿਹੜੀ ਸਕੇਲਰ ਟ੍ਰਿਪਲ ਪ੍ਰੋਡਕਟ ਦੀ ਨੋਟੇਸ਼ਨ ਹੈਗੀ ਹੈ ਦਿਸ ਵਨ A क्रॉस B है ना डॉट C, क्योंकि स्केलर क्वांटिटी बनती है तो इस करके इनू इस तरह ਨਾਲ ਡਿਨੋਟ ਕਰਦੇ ਆ। ਸੋ ਕੁਝ ਹੋਰ ਇੱਕ ਦੋ ਚਲੋ ਪ੍ਰੋਪਰਟੀਜ਼ ਕਰ ਲੈਣੀਆਂ, ਯਾਦ ਕਰ ਲਿਓ ਜੀ। ਸਪੋਜ਼ ਕਰੋ ਇੱਦਾਂ ਇਹਨਾਂ ਚੇਨ ਰੂਲ ਫਾਲੋ ਕਰਦੀ ਹੈ, ਇਹਨੂੰ ਤੁਸੀਂ ਘੁਮਾ ਲਓ ਚੇਨ ਦੇ ਰੂਪ ਵਿੱਚ। B ਅੱਗੇ ਕਰਤਾ C ਤਾਂ ਫਿਰ A ਪਿੱਛੇ ਲੱਗ ਜਾਊਗਾ, ਫਿਰ ਇਹਨੂੰ ਰੋਟੇਟ ਕਰੋਗੇ ਤਾਂ CAB। ਇੱਕ ਤਾਂ ਇਹ ਪ੍ਰੋਪਰਟੀ ਯਾਦ ਰੱਖ ਲਿਓ ਹੈ ਨਾ। ਇੱਕ ਇਹ ਹੈ ਵੀ ਅਗਰ ABC ਦੇ ਵਿੱਚੋਂ ਕੋਈ ਵੀ ਦੋ ਵੈਕਟਰ ਆਪਸ ਵਿੱਚ ਇੰਟਰਚੇਂਜ ਕਰੋਗੇ ਤਾਂ ਬਾਹਰ ਇੱਕ ਮਾਈਨਸ ਲੱਗ ਜਾਊਗਾ। ਠੀਕ ਹੈ ਜੀ। ਤਾਂ ਕਈ ਵਾਰ ਤੁਹਾਨੂੰ ਇੱਕ ਇੱਦਾਂ ਦਾ ਵੀ ਹੋ ਜਾਂਦਾ A plus B C D ਹੋਵੇ ਤਾਂ ਇਹ ਅਲੱਗ-ਅਲੱਗ ਹੋ ਜਾਂਦੇ A C D plus B C D। ਸੋ ਇਹ ਵੀ ਇੱਕ ਹੈਗਾ ਪ੍ਰੋਪਰਟੀ। ਤਾਂ ਇੱਕ ਅਗਰ ਜੇਕਰ ਤੁਹਾਨੂੰ ਦਿੱਤਾ ਹੋਵੇ ਤਿੰਨੇ ਵੈਕਟਰ ਦਿੱਤੇ ਹੋਣ ਤਾਂ ਕਿਵੇਂ ਕੱਢਣੀ ਆ, ਔਰ ਡੈਟ ਕੱਢ ਲਈਦਾ ਹੁੰਦਾ A1 A2 B1 B2 B3 C1 C2 C3। ਠੀਕ ਹੈ ਜੀ। ਸੋ ਇਹ ਪੰਜ ਪ੍ਰੋਪਰਟੀ, ਚਾਰ ਪ੍ਰੋਪਰਟੀ ਹੋਈਆਂ। ਪੰਜਵੀਂ ਹੋਰ ਕਰ ਲਓ, ਅਗਰ ਸਕੇਲਰ ਟ੍ਰਿਪਲ ਪ੍ਰੋਡਕਟ ਦੇ ਵਿੱਚ ਦੋ ਵੈਕਟਰ ਸੇਮ ਹੋ ਜਾਣ ਤਾਂ ਉਹਨਾਂ ਦਾ ਡੈਟ ਜਿਹੜਾ ਉਹਦੀ ਵੈਲਿਊ 0 ਹੋ ਜਾਂਦੀ ਹੈ ਸਕੇਲਰ ਟ੍ਰਿਪਲ ਪ੍ਰੋਡਕਟ ਦੀ। ਉਹ ਕਿਉਂ ਹੋ ਜਾਂਦੀ ਹੈ? ਕਿਉਂਕਿ ਇਹ ਦੋ ਹੋ ਜਾਣਗੇ ਤਾਂ ਡੈਟ ਦੇ ਵਿੱਚ ਦੋ ਰੋ ਆਇਡੈਂਟੀਕਲ ਹੋ ਜਾਣਗੀਆਂ, ਅਤੇ ਜਦੋਂ ਆਇਡੈਂਟੀਕਲ ਹੋ ਜਾਣਗੀਆਂ ਤਾਂ ਉਹਨਾਂ ਦਾ ਫਿਰ ਉਹ ਹੋਣਾ ਤੈਅ ਹੈ, 0 ਹੋਣਾ ਤੈਅ ਹੈ। ਉਸ ਤੋਂ ਬਾਅਦ ਹੈ ਜੀ A ਇੰਟਰਸੈਕਸ਼ਨ B ਹੈ। ਤਾਂ ਇਹਦਾ ਤੁਹਾਨੂੰ ਪਤਾ ਹੀ ਹੈ ਪ੍ਰੋਬੈਬਿਲਿਟੀ A ਐਂਡ B ਦੀ ਕੀ ਹੁੰਦੀ ਹੈ। ਇਹ ਹੁੰਦੀ ਹੈ ਪ੍ਰੋਬੈਬਿਲਿਟੀ ਆਫ A ਇੰਟੂ ਪ੍ਰੋਬੈਬਿਲਿਟੀ ਆਫ B। So what is the probability of A? 1/2 into 3/8, so 3/16. So this is the answer. Probability of getting even prime on both sides ਉਹਦਾ ਡਾਈਸ ਹੈ। ਟੋਟਲ ਕੇਸ ਕਿੰਨੇ ਬਣਦੇ ਹੁੰਦੇ ਜੀ ਇਹਦੇ 'ਚ 36 6 into 6 ਅਤੇ ਈਵਨ ਪ੍ਰਾਈਮ ਇੱਕੋ ਵਾਰੀ ਆਉਂਦਾ 2 2। ਸੋ ਆਨਸਰ ਇਜ਼ ਦਿਸ। ਹੁਣ ਇਹਦੇ ਵਿੱਚ ਸਾਡੇ ਕੋਲ ਪ੍ਰੋਬੈਬਿਲਿਟੀ A ਗਿਵਨ B ਜਦੋਂ ਤੁਸੀਂ ਕੱਢਣੀ ਹੁੰਦੀ ਹੈ, ਸੋ ਪ੍ਰੋਬੈਬਿਲਿਟੀ ਆਫ A ਐਂਡ B ਡਿਵਾਈਡਡ ਬਾਈ ਪ੍ਰੋਬੈਬਿਲਿਟੀ ਆਫ B ਹੁੰਦਾ ਹੈ ਨਾ A ਗਿਵਨ B ਦੇ ਵਿੱਚ। ਬਟ ਸਾਨੂੰ ਤਾਂ ਯੂਨੀਅਨ ਦਿੱਤੀ ਹੋਈ ਹੈ A ਔਰ B ਦੀ ਦਿੱਤੀ ਹੋਈ ਹੈ, ਸੋ ਸਾਨੂੰ ਇਹ ਫਾਈਂਡ ਆਊਟ ਕਰਨੀ ਪੈਣੀ ਹੈ। ਸੋ ਪ੍ਰੋਬੈਬਿਲਿਟੀ ਆਫ A ਐਂਡ B ਵਿਲ ਬੀ ਇਕੁਅਲ ਟੂ ਪ੍ਰੋਬੈਬਿਲਿਟੀ ਆਫ A ਪਲੱਸ ਪ੍ਰੋਬੈਬਿਲਿਟੀ ਆਫ B ਮਾਈਨਸ ਪ੍ਰੋਬੈਬਿਲਿਟੀ ਆਫ A ਯੂਨੀਅਨ B। ਸੋ ਵੈਲਿਊਜ਼ ਫਿਲ ਕਰ ਦਿਓ 1/2 ਪਲੱਸ 3/8 ਮਾਈਨਸ 4/5। ਐਲਸੀਐਮ ਲੈ ਲਓ 8 16।
ਸੋ ਇਹਨੂੰ ਤੁਸੀਂ ਸੋਲਵ ਕਰੋਗੇ ਤਾਂ ਇਹਨੇ ਬਣ ਜਾਣਾ ਜੀ ਤੁਹਾਡੇ ਕੋਲ 64 3/40. ਸੋ ਪ੍ਰੋਬੇਬਿਲਿਟੀ ਆਫ A ਗਿਵਨ B ਇਜ਼ ਇਕੁਅਲ ਟੂ, ਜਿਵੇਂ ਤੁਹਾਨੂੰ ਪਹਿਲਾਂ ਹੀ ਫਾਰਮੂਲਾ ਦੱਸਿਆ ਵਾਲਾ ਲਾਉਣ ਲੱਗੇ, ਸੋ 340 upon what is the probability of B? 3/8, so 1/5. So your answer is this one. ਸੋ ਪ੍ਰੋਬੇਬਿਲਿਟੀ ਹਮੇਸ਼ਾ ਹੀ ਜਿਹੜੀ ਹੁੰਦੀ ਹੈ ਜ਼ੀਰੋ, ਕਿਸੇ ਵੀ ਈਵੈਂਟ ਦੀ ਜਿਹੜੀ ਉਹ 0 ਤੋਂ 1 ਦੇ ਵਿਚਕਾਰ ਹੁੰਦੀ ਹੈ। ਆਨਸਰ 0 ਤੇ ਈਵੈਂਟ ਨੂੰ ਕੀ ਬੋਲਦੇ ਆ? ਇੰਪੋਸੀਬਲ ਈਵੈਂਟ। ਤੇ ਅਗਰ ਜੇ 1 ਆ ਤਾਂ ਸ਼ੋਰ ਈਵੈਂਟ। ਨਾਟ ਈ ਦੀ ਕੀ ਹੁੰਦੀ ਹੈ? ਜੇ ਗਲਾਸ ਅੱਧਾ ਖਾਲੀ ਹੈ ਤਾਂ ਅੱਧਾ ਭਰਿਆ ਹੋਊਗਾ। ਸੋ ਇਹਨੂੰ 1 - 5/7, ਸੋ ਯੂਰ ਆਨਸਰ ਇਜ਼ 2/7। ਇਹ ਕੋਇਨ ਇਜ਼ ਮਾਰਕਡ ਵਿਦ ਬੋਥ ਸਾਈਡਸ ਔਨ ਦ ਟ੍ਰਾਇੰਗਲ। ਸੋ ਬੋਥ ਸਾਈਡਸ, ਇੱਥੇ ਉਹਨੇ ਕਹਿ ਤਾ ਬੋਥ ਸਾਈਡਸ, ਹੈ ਨਾ, ਗੜਬੜ ਕਰਤੀ। ਔਨ ਬੋਥ ਸਾਈਡ ਜਿਹਦਾ ਮਤਲਬ ਹੈਡ ਤਾਂ ਆਈ ਆਊ, ਦੋਨੋਂ ਵਾਰੀ ਹੈਡ ਆਊਗਾ ਅਤੇ ਟੇਲ ਨਹੀਂ ਆਉਣਾਗਾ। ਟੇਲ ਨਹੀਂ ਆਉਣਾ ਤਾਂ ਉਹਦੀ ਜਿਹੜੀ ਪ੍ਰੋਬੇਬਿਲਿਟੀ ਹੈ 0 ਹੋ ਚੁੱਕੀ ਹੈ ਨਾ ਜੀ। ਤਾਂ ਇੰਪੋਸੀਬਲ ਈਵੈਂਟ ਹੋ ਗਿਆ। ਜੋ ਦੋਨੇ ਪਾਸੇ ਹੈਡ ਆ ਤਾਂ ਟੇਲ ਕਿਵੇਂ ਆਊਗਾ? ਸੋ ਕੁਈਨ ਕਿੰਨੀਆਂ ਹੁੰਦੀਆਂ ਜੀ? 4। ਅਤੇ ਤਾਸ਼ 'ਚ ਪੱਤੇ ਕਿੰਨੇ ਹੁੰਦੇ ਆ ਜੀ? 52 ਅਤੇ 1/13। ਸੋ ਤੁਹਾਡਾ ਆਨਸਰ ਆ ਗਿਆ A। ਸੋ ਪਿਆਰੇ ਵਿਦਿਆਰਥੀਓ, ਇਹ ਸੀ ਅੱਜ ਵਾਲੇ ਜਿਹੜੇ ਰਿਵੀਜ਼ਨ ਟੈਸਟ ਦਾ ਕੰਪਲੀਟ ਸੋਲਿਊਸ਼ਨ। ਤਾਂ ਇੱਕ ਗੱਲ ਅਸੀਂ ਅਬਜ਼ਰਵ ਕੀਤੀ ਵੀ ਜਿੰਨੇ ਵੀ ਉੱਪਰੋਂ ਕੁਐਸਚਨਸ ਆ ਰਹੇ ਆ ਲਗਭਗ ਸੇਮ ਨੇਚਰ ਦੇ ਆ। ਤਾਂ ਤੁਸੀਂ ਵੀ ਫਾਈਨਲੀ ਇੱਦਾਂ ਦੇ ਹੀ ਕੁਐਸਚਨਸ ਨੂੰ ਤਿਆਰ ਕਰ ਲਓ। ਹੋਪਫੁਲੀ ਇੱਦਾਂ ਦੇ ਹੀ ਕੁਐਸਚਨ ਤੁਹਾਨੂੰ ਫਾਈਨਲ ਐਗਜ਼ਾਮ 'ਚ ਦੇਖਣ ਨੂੰ ਮਿਲਣਗੇ। ਲੈਵਲ ਆਫ ਡਿਫੀਕਲਟੀ ਬਾਰੇ ਸਾਨੂੰ ਕੰਪਲੀਟ ਅੰਦਾਜ਼ਾ ਲੱਗ ਗਿਆ। ਸੋ ਥੈਂਕ ਯੂ ਬੇਟਾ, ਥੈਂਕ ਯੂ ਫॉर ਵਾਚਿੰਗ।